ਦੋ ਪੱਖ ਤੋਂ ਮੁਕਤੀ ਹੁੰਦੀ ਹੈ। ਪਹਿਲਾ ਪੱਖ ਤੇ ਹੈ ਸੰਸਾਰ, ਝੂਠ। ਝੂਠ ਵੱਲੋਂ ਮੁਕਤ ਹੋਣਾ ਹੈ। ਫਿਰ ਦੂਸਰਾ ਪੱਖ ਹੈ ਮੈਂ। ਇਹਦੇ ਵੱਲੋਂ ਵੀ ਮੁਕਤ ਹੋਣਾ ਹੈ। ਮੈਂ ਤੋਂ ਵੀ ਮੁਕਤ ਹੋਣਾ, ਹਾਂ ਤੂੰ ਵੀ ਮੁਕਤ ਹੋਣਾ। ਤੇ ਜਿਹੜਾ ਸੰਸਾਰ ਵੱਲੋਂ ਮੁਕਤ ਹੋ ਜਾਂਦਾ ਹੈ, ਉਹਦੇ ਅੰਦਰ ਇੱਕ ਬਹੁਤ ਹੀ ਸੂਖਸ਼ਮ ਨਿਰਮਲ ਗਿਆਨ, ਗਿਆਨ ਦਾ ਪ੍ਰਕਾਸ਼, ਗਿਆਨ ਦਾ ਭਾਵ ਜਿਹੜਾ ਬਣਦਾ ਹੈ ਨਾ, ਹੈ ਤੇ ਉਹ ਵੀ ਮੈਂ ਦੁਆਰਾ ਹੀ। ਮੈਂ ਤੋਂ ਬਗੈਰ ਤੇ ਉਹ ਵੀ ਨਹੀਂ ਬਣ ਸਕਦਾ, ਪਰ ਬਹੁਤ ਨਿਰਮਲ ਹੈ। ਤੋ ਜਿਹੜਾ ਭਾਵ ਹੈ, ਉਹਦੇ ਤੋਂ ਪ੍ਰੇਮ ਪੈਦਾ ਹੁੰਦਾ ਹੈ, ਦਇਆ ਪੈਦਾ ਹੁੰਦੀ ਹੈ। ਉਹ ਜਿਹੜਾ ਆਨੰਦ ਮਿਲਦਾ ਹੈ, ਉਹਨੂੰ ਵੰਡਣ ਦੀ ਇੱਕ ਬਹੁਤ ਹੀ ਪਿਆਰੀ ਚਾਹ ਪੈਦਾ ਹੁੰਦੀ ਹੈ। ਜਿਵੇਂ ਕਹਿੰਦੇ ਹਨ ਨਾ, ਪਰਮਾਤਮਾ ਨੂੰ ਵੀ ਫੁਰਨਾ ਫੁਰਿਆ ਇਹ ਸੰਸਾਰ ਬਣਾਉਣ ਵਾਸਤੇ। ਫੁਰਨਾ ਤੇ ਫੁਰਿਆ ਹੀ ਨਾ, ਪਰ ਉਹ ਫੁਰਨਾ ਵੀ ਬੜਾ ਪਿਆਰਾ ਹੈ। ਇੱਦਾਂ ਹੀ ਸੰਸਾਰ ਨੂੰ ਮੁਕਤ ਕਰਨ ਦਾ ਫੁਰਨਾ ਵੀ ਹੈ। ਤੇ ਉਹ ਜਿਹੜਾ ਫੁਰਨਾ ਹੈ, ਅਗਰ ਅੰਤ ਸਮੇਂ ਖਿਆਲ ਵਿੱਚ ਆ ਗਿਆ ਵੀ ਨਹੀਂ ਵੰਡ ਸਕਿਆ, ਨਹੀਂ ਦੇ ਸਕਿਆ, ਤੇ ਫਿਰ ਸਰੀਰ ਮਿਲਦਾ ਹੈ। ਤੇ ਜਦੋਂ ਫਿਰ ਸਰੀਰ ਮਿਲਦਾ ਹੈ ਨਾ, ਉਹ ਫਿਰ ਬਚਪਨ ਦੇ ਵਿੱਚ ਹੀ ਉਹ ਪਿਛਲਾ ਗਿਆਨ, ਪਿਛਲੀ ਸਮਝ ਖੁੱਲ੍ਹਣ ਲੱਗ ਜਾਂਦੀ ਹੈ। ਜਿਹੜੇ ਬੱਚਿਆਂ ਨੂੰ ਐਸਾ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਵੀ ਉਹਨਾਂ ਨੂੰ ਪਿਛਲਾ ਹੀ ਗਿਆਨ ਹੈ। ਜਿਵੇਂ ਕਬੀਰ ਜੀ ਕਹਿੰਦੇ ਹਨ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਏ। ਹੁਣ ਕਬੀਰ ਜੀ ਨੂੰ ਕਿਵੇਂ ਪਤਾ ਹੈ ਪਿਛਲੇ ਜਨਮ 'ਚ? ਪਤਾ ਹੈ ਤਾਂ ਹੀ ਕਹਿ ਰਹੇ ਹਨ ਵੀ ਸੇਵਕ ਸੀ। ਤੇ ਇਸ ਕਰਕੇ ਬਚਪਨ ਦੇ ਵਿੱਚ ਹੀ, ਛੋਟੀ ਉਮਰ ਦੇ ਵਿੱਚ ਹੀ ਕਿੰਨਾ ਗਿਆਨ ਸੀ। ਧਰਮ ਨੂੰ ਇਨਕਾਰ ਕਰ ਦਿੱਤਾ, ਧਾਰਮਿਕ ਲੋਕਾਂ ਨੂੰ ਸਮਝਾਉਣ ਲੱਗ ਪਏ। ਛੋਟੀ ਉਮਰ ਦੇ ਵਿੱਚ ਇੰਨੀ ਸਮਝ। ਫਿਰ ਉਹ ਸਮੇਂ, ਜੇ ਸਮੇਂ ਸਿਰਫ ਕਿਤਾਬਾਂ ਪੜ੍ਹ ਕੇ ਹੀ, ਗ੍ਰੰਥ ਪੜ੍ਹ ਕੇ ਹੀ ਗਿਆਨ ਹੁੰਦਾ ਸੀ, ਉਹਨਾਂ ਨੂੰ ਬਿਨਾਂ ਗ੍ਰੰਥ ਪੜ੍ਹੇ ਹੀ ਹੋ ਗਿਆ। ਤੇ ਬਹੁਤ ਐਸੇ ਹੋਏ ਹਨ, ਜਿਵੇਂ ਪ੍ਰਹਿਲਾਦ ਹੈ, ਧਰੁਵ ਹੈ, ਇਵੇਂ ਹੀ ਬਾਬਾ ਨਾਨਕ ਸਨ। ਛੋਟੀ ਉਮਰ ਦੇ ਵਿੱਚ ਹੀ ਬੁੱਢਿਆਂ ਨੂੰ ਸਮਝਾਉਣ ਲੱਗ ਪਏ ਵੀ ਇਹ ਜਿਹੜੀ ਬਾਹਰ ਦੀ ਪੜ੍ਹਾਈ ਹੈ, ਇਹਦਾ ਕੋਈ ਲਾਭ ਥੋੜ੍ਹੀ, ਇਹ ਤਾਂ ਸੰਸਾਰ ਦੇ ਵਿੱਚ ਕੰਮ ਆਉਂਦੀ ਹੈ। ਅਤੇ ਆਹ ਜਿਹੜਾ ਬਾਹਰਲਾ ਧਰਮ ਹੈ, ਇਹ ਵਾਸਤਵਿਕ ਧਰਮ ਥੋੜ੍ਹੀ, ਇਹ ਤਾਂ ਸਿਰਫ ਪਾਖੰਡ ਹੈ, ਬਾਹਰੋਂ ਦਿਖਾਵਾ ਹੈ। ਵਾਸਤਵਿਕ ਦੇ ਵਿੱਚ ਧਰਮ ਅੰਦਰ ਹੈ, ਅੰਦਰੋਂ ਗੁਣ ਪ੍ਰਗਟ ਹੁੰਦੇ, ਦੈਵੀ ਗੁਣ। ਅਤੇ ਦੈਵੀ ਗੁਣਾਂ ਤੋਂ ਬਾਅਦ ਉਹ ਧਰਮ ਪੈਦਾ ਹੁੰਦਾ ਹੈ, ਉਹ ਹੈ ਵਾਸਤਵਿਕ। ਤਾਂ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਹੀ ਇੰਨਾ ਗਿਆਨ ਹੁੰਦਾ ਹੈ। ਕਿਵੇਂ ਹੁੰਦਾ ਹੈ? ਇਸੇ ਕਰਕੇ ਹੁੰਦਾ ਹੈ। ਪਿਛਲਾ ਗਿਆਨ ਜਿਹੜਾ ਹੈ ਨਾ, ਉਹ ਹੋ ਚੁੱਕਾ ਹੈ। ਇਹਦਾ ਭਾਵ ਇਹ ਹੈ ਵੀ ਜਿਹੜਾ ਪਿਛਲਾ ਜਨਮ ਹੁੰਦਾ ਹੈ ਨਾ, ਅਗਰ ਕੋਈ ਆਦਮੀ ਜਾਗਦਾ
ਸਰੀਰ ਨੂੰ ਛੱਡ ਦਿੰਦਾ ਹੈ ਅਤੇ ਅਗਲਾ ਜਨਮ ਵੀ ਜਾਗਰਤ ਅਵਸਥਾ ਦੇ ਵਿੱਚ ਹੀ ਹੁੰਦਾ ਹੈ। ਅਤੇ ਜਿਨ੍ਹਾਂ ਦਾ ਜਾਗਰਤ ਅਵਸਥਾ ਦੇ ਵਿੱਚ ਹੁੰਦਾ ਹੈ ਉਹ ਬਚਪਨ ਦੇ ਵਿੱਚ ਹੀ ਗਿਆਨਵਾਨ ਹੁੰਦੇ, ਜਿਵੇਂ ਅਸ਼ਟਾਵਕਰ ਜੀ ਸਨ। ਛੋਟੀ ਉਮਰ ਦੇ ਵਿੱਚ ਹੀ ਰਾਜੇ ਜਨਕ ਨੂੰ ਉਪਦੇਸ਼ ਦੇ ਰਹੇ ਹਨ ਅਤੇ ਉਹਨਾਂ ਨੂੰ ਫਿਰ ਕਰਨ ਦੀ ਕੁਛ ਲੋੜ ਨਹੀਂ ਪੈਂਦੀ। ਪਰ ਜਿਹੜੇ ਬਾਹਰ ਮੁਖੀ ਧਾਰਮਿਕ ਹਨ ਨਾ, ਉਹ ਆਪਣੇ ਤਲ 'ਤੇ ਸੋਚਦੇ ਹਨ। ਜਿਵੇਂ ਸਿੱਖ ਪ੍ਰਚਾਰਕ ਕਹਿ ਦਿੰਦੇ ਹਨ ਵੀ ਗੁਰੂ ਨਾਨਕ ਦੇਵ ਜੀ ਦਾ ਮੂੰਹ ਹਿਲਦਾ ਰਹਿੰਦਾ ਸੀ, ਨਾਮ ਜਪਦੇ ਰਹਿੰਦੇ ਸੀ। ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਉਹਨਾਂ ਨੂੰ ਨਾਮ ਜਪਣ ਦੀ ਲੋੜ ਨਹੀਂ ਹੈ। ਕਈ ਕਹਿੰਦੇ ਹਨ ਵੀ ਗੁਰੂ ਨਾਨਕ ਦੇਵ ਜੀ ਸੋਹੰਗ ਸੋਹੰਗ ਦਾ ਜਾਪ ਕਰਦੇ ਸਨ। ਉਹ ਵੀ ਬੇਸਮਝ ਹਨ। ਉਹ ਆਪਣੇ ਤਲ 'ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਲੈ ਕੇ ਆ ਜਾਂਦੇ, ਕਿਉਂਕਿ ਜਿੰਨੀ ਕੁ ਸਮਝ ਹੈ ਆਦਮੀ ਉਸੇ ਤਲ ਦੀ ਹੀ ਗੱਲ ਕਰਦਾ ਹੈ ਨਾ। ਤੋ ਸੋਚਦੇ ਹਨ ਬਾਬਾ ਨਾਨਕ ਵੀ ਜਾਪ ਕਰਦੇ। ਜਾਪ ਤੇ ਪਹਿਲੀ ਕਲਾਸ ਦਾ ਸਬਜੈਕਟ ਹੈ। ਜਾਪ ਦੁਆਰਾ ਤੇ ਧਿਆਨ ਨੂੰ ਰੋਕਣਾ ਹੈ, ਸੰਸਾਰ ਵੱਲੋਂ ਹਟਾਉਣਾ ਹੈ। ਜਿਨ੍ਹਾਂ ਦਾ ਸੰਸਾਰ ਵੱਲ ਧਿਆਨ ਜਾ ਰਿਹਾ ਹੈ, ਸੰਸਾਰ ਦੀਆਂ ਵਾਸ਼ਨਾਵਾਂ ਵੱਲ ਜਾ ਰਿਹਾ ਹੈ, ਉਹਨਾਂ ਨੂੰ ਹਟਾਉਣ ਵਾਸਤੇ ਜਾਪ ਕਰਨਾ ਪੈਂਦਾ ਹੈ। ਅਤੇ ਜਾਪ 'ਤੇ ਧਿਆਨ ਲਾਉਣਾ ਹੈ, ਕਿਸੇ ਮੰਤਰ ਦਾ ਜਾਪ, ਕਿਸੇ ਸ਼ਬਦ ਦਾ ਜਾਪ। ਜਿਵੇਂ ਕਿਹਾ ਵੀ ਹੈ ਨਾ, ਸ਼ਬਦ ਸੁਰਤ ਭਵ ਸਾਗਰ ਤਰੀ, ਨਾਨਕ ਨਾਮ ਵਖਾਣੀ। ਸ਼ਬਦ ਦੇ ਵਿੱਚ ਸੁਰਤ ਲਾਉਣੀ ਹੈ ਅਤੇ ਸੁਰਤ ਤਾਂ ਉਹ ਹੀ ਲਾਉਂਦਾ ਹੈ ਜਿਹਦਾ ਸੁਰਤ ਬਾਹਰ ਭੱਜ ਰਹੀ ਹੈ ਸੰਸਾਰ ਵਿੱਚ। ਸੰਸਾਰ ਦੀ ਚਾਹ ਹੈ, ਸੰਸਾਰ ਦੀਆਂ ਵਾਸ਼ਨਾਵਾਂ, ਕਾਮਨਾਵਾਂ ਹਨ, ਜਾਂ ਮੋਹ ਮਮਤਾ ਹੈ। ਅਤੇ ਸੁਰਤ ਨੂੰ ਬਾਹਰੋਂ ਹਟਾਉਣ ਵਾਸਤੇ ਸ਼ਬਦ ਵਿੱਚ ਜੋੜਨਾ ਹੈ ਨਾ। ਪਰ ਜਿਨ੍ਹਾਂ ਦਾ ਹਟਿਆ ਹੀ ਹੋਇਆ ਹੈ ਉਹਨਾਂ ਨੂੰ ਫਿਰ ਸ਼ਬਦ ਦੀ ਲੋੜ ਨਹੀਂ ਹੈ, ਨਾ ਸ਼ਬਦ ਦੇ ਵਿੱਚ ਧਿਆਨ ਲਾਉਣ ਦੀ ਲੋੜ ਹੈ, ਨਾ ਜਾਪ ਕਰਨ ਦੀ ਲੋੜ ਹੈ, ਕਿਉਂਕਿ ਧਿਆਨ ਤਾਂ ਹਟਿਆ ਹੀ ਹੋਇਆ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਕਈ ਤਾਂ ਪਰਮ ਪੁਰਖਾਂ ਦੀ ਰੀਸ ਕਰਨ ਲੱਗ ਜਾਂਦੇ ਹਨ ਵੀ ਉਹ ਕੁਛ ਨਹੀਂ ਕਰਦੇ ਹਨ, ਚਲੋ ਆਪਾਂ ਵੀ ਕੁਝ ਨਾ ਕਰੀਏ। ਜਾਂ ਕਈ ਪਰਮ ਪੁਰਖਾਂ ਨੂੰ ਆਪਣੇ ਤਲ 'ਤੇ ਲੈ ਕੇ ਆ ਜਾਂਦੇ ਹਨ। ਉਹ ਸੋਚਦੇ ਹਨ ਵੀ ਉਹ ਵੀ ਜਾਪ ਹੀ ਕਰਦੇ ਹੋਣ। ਅਤੇ ਬਾਬੇ ਨਾਨਕ ਦੀ ਕਹਾਣੀ ਦੇ ਵਿੱਚ ਬਹੁਤ ਗੱਲਾਂ ਐਸੀਆਂ ਹਨ ਜਿਹੜੀਆਂ ਬਿਲਕੁਲ ਬੇਸਮਝਾਂ ਨੇ ਲਿਖੀਆਂ ਹੋਈਆਂ ਹਨ। ਕਿਉਂਕਿ ਬਹੁਤ ਚਿਰ ਬਾਅਦ ਲਿਖੀਆਂ ਜਾਂਦੀਆਂ ਕਹਾਣੀਆਂ, ਅਤੇ ਲਿਖਣ ਵਾਲੇ ਸਾਧਾਰਨ ਪੁਰਸ਼ ਹੁੰਦੇ ਹਨ, ਕਵੀ ਹੁੰਦੇ ਸਨ। ਤਾਂ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਦੇ ਜੀਵਨ ਦਾ, ਜਿਹੜੇ ਸੰਸਾਰ ਤੋਂ ਮੁਕਤ ਹੋ ਕੇ ਜੀਂਦੇ ਹਨ। ਉਹ ਸੰਸਾਰ ਬਾਰੇ ਸੋਚਦੇ ਨਹੀਂ ਹਨ, ਚਿੰਤਨ ਨਹੀਂ ਕਰਦੇ ਹਨ। ਫਿਰ ਵੀ ਸੰਸਾਰ ਦਾ ਭਾਵ ਹੈ, ਸੰਸਾਰ ਦਾ ਖਿਆਲ ਹੈ, ਜੁੜੇ ਨਹੀਂ ਹੋਏ ਹਨ। ਪਰ ਪ੍ਰੇਮ ਦਾ ਕਰਕੇ ਉਹ ਸੰਸਾਰ ਦੇ ਜੀਵਾਂ ਨੂੰ ਦੇਖਦੇ ਹਨ, ਉਹਨਾਂ ਨੂੰ ਮੁਕਤੀ ਦਾ ਉਪਦੇਸ਼ ਦਿੰਦੇ ਹਨ। ਦੇਖੋ ਕਿੰਨਾ ਦਿੱਤਾ ਹੈ। ਫਿਰ ਕੁਛ ਚਾਹੁੰਦੇ ਨਹੀਂ ਹਨ। ਫਿਰ ਉਹ ਉਪਦੇਸ਼ ਦੇ ਬਦਲੇ ਉਹਨਾਂ ਨੂੰ ਮਿਲਦਾ ਕੀ ਹੈ? ਕੋਈ ਪ੍ਰਸ਼ੰਸਾ ਥੋੜ੍ਹੀ ਮਿਲਦੀ, ਸਗੋਂ ਉਲਟਾ ਕੰਮ ਹੁੰਦਾ ਹੈ। ਜੀਂਦੇ ਜੀ ਤੇ ਉਹਨਾਂ ਦਾ ਨਿਰਾਦਰ ਹੀ ਹੁੰਦਾ ਹੈ, ਅਪਮਾਨ ਹੁੰਦਾ ਹੈ, ਸੂਲੀ 'ਤੇ ਚੜ੍ਹਾਏ ਜਾਂਦੇ ਹਨ, ਜ਼ਹਿਰ ਪਿਆਏ ਜਾਂਦੇ ਹਨ, ਤਤੀਆਂ ਤਵੀਆਂ 'ਤੇ ਬਿਠਾਏ ਜਾਂਦੇ ਹਨ। ਅਤੇ ਜੀਂਦੇ ਜੀ ਅਤੇ ਬਹੁਤਾ ਸਤਿਕਾਰ ਨਹੀਂ ਹੁੰਦਾ ਹੈ। ਫਿਰ ਵੀ ਦੇਖੋ ਇੰਨਾ ਕੁਛ ਸਹਾਰਦੇ ਹੋਏ ਵੀ ਸੰਸਾਰੀ ਜੀਵਾਂ ਦਾ ਭਲਾ ਹੀ ਕਰਦੇ ਰਹਿੰਦੇ ਹਨ ਅੰਤ ਸਮੇਂ ਤੱਕ। ਸਗੋਂ ਆਪਣਾ ਸਰੀਰ ਵੀ ਭਲੇ ਵਾਸਤੇ ਹੀ ਲਾ ਦਿੰਦੇ ਹਨ।
ਤੁਸੀਂ ਤੇ ਆਪਣਾ ਸਰੀਰ ਉਹਨਾਂ ਵਾਸਤੇ ਲਾਓਗੇ ਨਾ ਜਿਹੜੇ ਤੁਹਾਨੂੰ ਪ੍ਰੇਮ ਕਰਦੇ ਹਨ, ਪਰ ਉਹ ਉਹਨਾਂ ਵਾਸਤੇ ਵੀ ਲਾ ਦਿੰਦੇ ਹਨ ਜਿਹੜੇ ਉਹਨਾਂ ਨੂੰ ਪ੍ਰੇਮ ਵੀ ਨਹੀਂ ਕਰਦੇ ਹਨ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਵਾਸਤੇ ਆਪਣਾ ਸਰੀਰ ਕੁਰਬਾਨ ਕਰ ਰਹੇ ਹਨ। ਦੇਖੋ ਉਹਨਾਂ ਦੇ ਵਿੱਚ ਕਿੰਨੀ ਕਰੁਣਾ ਹੋਵੇਗੀ। ਚਲੋ ਸਰੀਰ ਦਾ ਕੀ ਹੈ, ਨਾਸ਼ਵਾਨ ਹੀ ਹੈ, ਕੁਛ ਚਿਰ ਬਾਅਦ ਛੱਡਣਾ ਹੈ। ਅਤੇ ਅਗਰ ਇਹਨਾਂ ਦਾ ਭਲਾ ਹੋਵੇ ਤਾਂ ਪਹਿਲਾਂ ਇਹਨਾਂ ਵਾਸਤੇ ਸਰੀਰ ਛੱਡ ਦਿੰਦੇ। ਭਲਾ ਕਰਨਾ ਹੈ ਆਪਣੇ ਆਪ ਨੂੰ ਵੀ। ਤੁਹਾਨੂੰ ਤਾਂ ਆਪਣਾ ਆਪ ਹੀ ਲੱਗਦਾ ਹੈ ਸਰੀਰ ਦਾ, ਅਤੇ ਉਹ ਸੰਸਾਰ ਦੇ ਵਿੱਚ ਤਾਂ ਕੁਝ ਵੀ ਨਹੀਂ ਚਾਹੁੰਦੇ। ਕੋਈ ਚਾਹਤ ਤਾਂ ਹੈ ਹੀ ਨਹੀਂ ਸੰਸਾਰ ਦੀ ਕੁਛ ਵੀ। ਮੁਕਤ ਹਨ ਉਹ, ਮੁਕਤੀ ਦਾ ਆਨੰਦ ਵੀ ਮਾਣਦੇ ਹਨ, ਅਤੇ ਉਸ ਆਨੰਦ ਦੇ ਵਿੱਚ ਹੋਰਨਾਂ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਹਨ ਅਤੇ ਉਪਦੇਸ਼ ਕਰਦੇ ਹਨ। ਦੇਖੋ ਕਿੰਨਾ ਭਰਮਣ ਕੀਤਾ ਹੈ ਬਾਬੇ ਨਾਨਕ ਨੇ, ਉਪਦੇਸ਼ ਦਿੱਤਾ ਹੈ, ਸਾਰਿਆਂ ਨੇ ਹੀ ਉਪਦੇਸ਼ ਦਿੱਤਾ ਹੈ। ਫਿਰ ਦੇਖੋ ਉਹ ਸਮੇਂ ਵੀ ਉਪਦੇਸ਼ ਦਿਆ ਕਰਦੇ ਸਨ, ਫਿਰ ਖਿਆਲ ਇਹ ਹੁੰਦਾ ਸੀ ਵੀ ਲੋਕ ਤਾਂ ਝੱਟ ਭੁੱਲ ਜਾਂਦੇ ਹਨ। ਅੱਜ ਗੱਲ ਕਹੋ ਅਤੇ ਕੱਲ੍ਹ ਨੂੰ ਭੁੱਲ ਜਾਣੀ। ਅਤੇ ਉਸ ਸਮੇਂ ਲਿਖਵਾਇਆ ਜਾਂਦਾ ਸੀ ਉਪਦੇਸ਼ ਵੀ ਵਾਰ ਵਾਰ ਇਹ ਪੜ੍ਹਦੇ ਰਹਿਣਗੇ ਅਤੇ ਇਹਨਾਂ ਨੂੰ ਯਾਦ ਰਹੇਗਾ। ਕਿਉਂਕਿ ਸੰਸਾਰੀ ਜੀਵ ਜਿਹੜਾ ਹੈ ਨਾ, ਉਹ ਬਹੁਤ ਛੇਤੀ ਭੁੱਲ ਜਾਂਦਾ ਹੈ ਉਪਦੇਸ਼ ਨੂੰ। ਜ਼ਿਆਦਾਤਰ ਰੋਜ਼ ਰੋਜ਼ ਯਾਦ ਕਰਦਾ ਹੈ, ਫਿਰ ਭੁੱਲ ਜਾਂਦਾ ਹੈ। ਅਤੇ ਲਿਖਵਾ ਲੈਂਦੇ ਸਨ ਵੀ ਲਿਖੇ ਹੋਏ ਨੂੰ ਵਾਰ ਵਾਰ ਪੜ੍ਹਨਗੇ, ਉਹਦਾ ਹੀ ਅਰਥ ਪਾਠ ਕਰਨਾ ਹੁੰਦਾ। ਧੀਰੇ ਧੀਰੇ ਚੋਟ ਪਵੇਗੀ ਅਤੇ ਜਾਗਣਗੇ। ਅਤੇ ਉਸ ਸਮੇਂ ਲਿਖਵਾ ਲਿਆ ਜਾਂਦਾ ਸੀ ਉਪਦੇਸ਼ ਨੂੰ ਵੀ ਵਾਰ ਵਾਰ ਪੜ੍ਹਨਗੇ। ਅਜੋਕੇ ਸਮੇਂ 'ਚ ਰਿਕਾਰਡਿੰਗ ਹੋ ਜਾਂਦੀ, ਹੋਰ ਸਿਖਾਲਾ ਕੰਮ ਹੋ ਗਿਆ, ਅਤੇ ਰਿਕਾਰਡਿੰਗ ਤੁਸੀਂ ਵਾਰ ਵਾਰ ਸੁਣ ਸਕਦੇ ਹੋ। ਤੁਹਾਨੂੰ ਵੀ ਸਿਖਾਲਾ ਹੋ ਗਿਆ, ਪੜ੍ਹਨਾ ਨਹੀਂ ਪੈਂਦਾ, ਸਿਰਫ ਸੁਣਨਾ ਹੈ। ਪੁਰਾਣੇ ਸਮੇਂ 'ਚ ਪੜ੍ਹਨਾ ਪੈਂਦਾ ਸੀ, ਹੁਣ ਸਿਰਫ ਸੁਣਨਾ ਹੀ। ਅਤੇ ਵਾਰ ਵਾਰ ਸੁਣ ਸੁਣ ਕੇ ਧੀਰੇ ਧੀਰੇ ਖਿਆਲ ਵਿੱਚ ਆ ਸਕੇ, ਫਿਰ ਉਹ ਜਗਾਉਣ ਦੀ ਚੇਸ਼ਟਾ ਕਰਦੇ ਹਨ। ਹੁਣ ਤੁਸੀਂ ਇਉਂ ਸੋਚੋ ਵੀ ਜਿਹੜਾ ਬੰਦਾ ਤੁਹਾਨੂੰ ਸਵੇਰੇ ਸਾਜਰੇ ਜਗਾਵੇ, ਤੁਸੀਂ ਨਾ ਜਾਗਣਾ ਚਾਹੋ ਅਤੇ ਉਹ ਹਿਲਾ ਹਿਲਾ ਕੇ ਜਗਾਵੇ, ਤੁਸੀਂ ਉਹਦੇ 'ਤੇ ਖੁਸ਼ ਹੋਵੋਗੇ? ਤੁਹਾਨੂੰ ਨਾਰਾਜ਼ਗੀ ਹੋਵੇਗੀ ਵੀ ਇਹ ਬੰਦਾ ਵਾਰ ਵਾਰ ਜਗਾਈ ਜਾਂਦਾ। ਐਸਾ ਹੀ ਹੁੰਦਾ ਹੈ। ਪਰਮ ਪੁਰਖਾਂ ਦੇ ਉਪਦੇਸ਼ ਜਿਹੜੇ ਹਨ ਸੰਸਾਰ ਦੇ ਵਿੱਚੋਂ ਜਗਾਉਣ ਵਾਲੇ ਹਨ। ਇਸ ਕਰਕੇ ਬਹੁਤ ਸਾਰੇ ਲੋਕ ਨਾਰਾਜ਼ ਹੋ ਜਾਂਦੇ ਹਨ। ਉਹਨਾਂ ਨੂੰ ਬੜਾ ਗੁੱਸਾ ਆਉਂਦਾ ਹੈ ਸੰਸਾਰ ਨੂੰ। ਆ ਸੱਤ ਕਹੀ ਜਾਂਦੇ, ਝੂਠ ਕਹੀ ਜਾਂਦੇ, ਕੂੜ ਕਹੀ ਜਾਂਦੇ, ਕੂੜ ਮੀਆਂ, ਕੂੜ ਬੀਬੀ, ਕੂੜ ਸਭ ਸੰਸਾਰ ਤੋਂ ਨਾਰਾਜ਼ ਹੋ ਜਾਂਦੇ ਹਨ, ਕਿਉਂਕਿ ਉਹਨਾਂ 'ਤੇ ਚੋਟ ਪੈਂਦੀ ਹੈ। ਉਹ ਜਾਗਣਾ ਨਹੀਂ ਚਾਹੁੰਦੇ। ਜਿਹੜੇ ਜਾਗਣਾ ਨਹੀਂ ਚਾਹੁੰਦੇ ਉਹ ਜ਼ਿਆਦਾ ਨਾਰਾਜ਼ ਹੋ ਜਾਂਦੇ ਹਨ। ਜਿਹੜੇ ਜਾਗਣਾ ਚਾਹੁੰਦੇ ਹਨ ਉਹਨਾਂ ਨੂੰ ਥੋੜ੍ਹੀ ਥੋੜ੍ਹੀ ਗੱਲ ਠੀਕ ਲੱਗਦੀ ਹੈ ਵੀ ਅਸੀਂ ਜਾਗ ਨਹੀਂ ਰਹੇ ਹਾਂ, ਉਹ ਜਗਾ ਰਹੇ ਹਨ, ਸਾਡੇ 'ਤੇ ਚੋਟ ਕਰ ਰਹੇ ਹਨ। ਅਤੇ ਜਾਗ ਵੀ ਉਹ ਹੀ ਸਕਦੇ ਹਨ। ਜਿਹੜੇ ਗਹਿਰੀ ਨੀਂਦ ਦੇ ਵਿੱਚ ਪਏ ਹੋਏ ਹਨ ਉਹ ਨਹੀਂ ਜਾਗ ਸਕਦੇ ਹਨ, ਉਹਨਾਂ ਨੂੰ ਜਗਾਉਣਾ ਵੀ ਨਹੀਂ ਹੈ। ਅਤੇ ਬਹੁਤ ਘੱਟ, ਬਹੁਤ ਵਿਰਲੇ, ਬਹੁਤ ਥੋੜ੍ਹੇ ਜਾਗਣ ਦੇ ਕਿਨਾਰੇ 'ਤੇ ਪਹੁੰਚਦੇ ਹਨ, ਵਿਕਾਸ ਦੇ ਅੰਤਿਮ ਪੜਾਅ 'ਤੇ ਪਹੁੰਚਦੇ ਹਨ, ਜਿਨ੍ਹਾਂ ਦਾ ਵਿਕਾਸ ਪੂਰਨ ਹੋ ਜਾਂਦਾ ਹੈ। ਸੰਸਾਰ ਦੇ ਵਿੱਚ ਤ੍ਰਿਪਤੀ ਹੋ ਜਾਂਦੀ ਹੈ, ਸੰਤੁਸ਼ਟੀ ਹੋ ਜਾਂਦੀ ਹੈ, ਸੰਸਾਰ ਨੂੰ ਜਾਣ ਲਿਆ ਤੋ ਜਾਗਣ ਦੇ ਕਿਨਾਰੇ ਪਹੁੰਚ ਜਾਂਦੇ ਆ। ਫਿਰ ਉਹਨਾਂ 'ਤੇ ਚੋਟ ਕੀਤੀ ਜਾਂਦੀ ਹੈ, ਹੌਲੀ ਹੌਲੀ ਜਗਾਇਆ ਜਾਂਦਾ ਹੈ ਵੀ ਜਾਗੋ, ਤੁਸੀਂ ਜਾਗ ਕੇ ਦੇਖੋ
ਸੁੱਤੇ ਸੁੱਤੇ ਸੁਪਨੇ ਦੇ ਵਿੱਚ ਤੁਸੀਂ ਜਿਹੜੇ ਸੁੱਖ ਲੈ ਰਹੇ ਹੋ ਨਾ, ਉਹ ਤਾਂ ਕੁਛ ਵੀ ਨਹੀਂ ਹੈ। ਰਾਤ ਦੇ ਸੁਪਨੇ ਦੇ ਵਿੱਚ ਸੁੱਖ ਲਏ ਜਾਂ ਦਿਨ ਦੇ ਸੁਪਨੇ ਦੇ ਵਿੱਚ ਸੁੱਖ ਲਏ, ਇੱਕੋ ਦੀ ਗੱਲ ਹੈ। ਜਾਗ ਕੇ ਦੇਖੋ, ਉਹਦੇ ਵਿੱਚ ਪੂਰਨ ਤ੍ਰਿਪਤੀ ਹੈ, ਸੰਤੁਸ਼ਟੀ ਹੈ। ਜਿੱਥੇ ਪੂਰਨ ਤ੍ਰਿਪਤੀ ਹੋਵੇ, ਜਿੱਥੇ ਮੌਤ ਹੀ ਨਾ ਹੋਵੇ, ਜਿੱਥੇ ਕੋਈ ਚਿੰਤਾ ਹੀ ਨਾ ਹੋਵੇ। बेगमपुरा शहर को ना दुखंत हो नहीं तिष्ठाओ, ना दुख ना सुख ना चिंता ना फिक्र ना कुछ भी नहीं है। निश्चिंतता है, आनंद है। वो कहते तुसीं भी आओ, देखो उन्हां दी करना। वो ऐसा तुहानूं कुछ दे रहे हैं जिहड़ा तुहानूं संसार च कितों भी नहीं मिल सकदा। फिर उन्हां दी करुणा नहीं है, ये परमात्मा ਦੀ ਹੀ ਕਰੁਣਾ ਹੈ। परमात्मा ਦੁਆਰਾ ਹੀ ਇਹ ਖੇਲ ਹੋ ਰਿਹਾ। परमात्मा ਹੀ ਦਰਅਸਲ ਫਸਾਉਂਦਾ ਹੈ, ਸੰਸਾਰ ਵਿੱਚ ਲਾਉਂਦਾ ਹੈ, ਅਤੇ ਦੂਸਰੇ ਪਾਸੇ परमात्मा ਹੀ ਕਿਸੇ ਸਰੀਰ ਦੁਆਰਾ ਕੱਢਦਾ ਹੈ। ਇਉਂ ਸਮਝ ਲਓ, ਬਹੁਤ ਸਾਰੇ ਸਰੀਰਾਂ ਦੁਆਰਾ परमात्मा ਫਸਾਉਂਦਾ ਹੈ ਸੰਸਾਰ ਵਿੱਚ ਬੱਚਿਆਂ ਨੂੰ। ਸਾਰੇ ਮਾਤਾ ਪਿਤਾ ਫਸਾ ਹੀ ਰਹੇ ਹਨ, ਅਤੇ ਕੁਛ ਕੁ ਐਸੇ ਸਰੀਰਾਂ ਦੁਆਰਾ ਉਹ ਸੰਸਾਰ ਦੇ ਵਿੱਚੋਂ ਮੁਕਤ ਕਰਦਾ ਹੈ। ਪਹਿਲਾਂ ਉਹ ਸਰੀਰ ਦੁਆਰਾ ਮੁਕਤ ਹੋ ਕੇ ਉਹ ਜਾਣਦਾ ਹੈ ਵੀ ਇੱਦਾਂ ਮੁਕਤ ਹੋਇਆ ਜਾ ਸਕਦਾ ਹੈ ਸਮੇਂ ਦੇ ਆਧਾਰ 'ਤੇ। ਫਿਰ ਉਸੇ ਸਮੇਂ ਦੇ ਆਧਾਰ 'ਤੇ ਹੀ ਦੂਜਿਆਂ ਨੂੰ ਕਹਿੰਦਾ ਵੀ ਤੁਸੀਂ ਵੀ ਮੁਕਤ ਹੋ ਸਕਦੇ ਹੋ। ਜਦੋਂ ਮੈਂ ਹੋ ਗਿਆ, ਇਹ ਸਰੀਰ ਦੇ ਵਿੱਚ ਰਹਿੰਦਾ ਹੋਇਆ, ਇਹ ਤੁਹਾਡੇ ਵਰਗਾ ਹੀ ਸਰੀਰ ਹੈ, ਬਿਲਕੁਲ ਸੇਮ, ਅਤੇ ਤੁਸੀਂ ਵੀ ਹੋ ਸਕਦੇ ਹੋ ਇਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਮੁਕਤ। ਅਤੇ ਜਿਹੜੇ ਮੁਕਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰ ਇੱਕ ਪ੍ਰੇਮ ਹੈ, ਇੱਕ ਭਾਵਨਾ ਹੈ, ਕਰੁਣਾ ਹੈ, ਦਇਆ ਹੈ। ਉਹਦਾ ਕਰਕੇ ਉਹ ਫਿਰ ਆਉਂਦੇ ਹਨ ਇਹ ਸੰਸਾਰ ਦੇ ਲੋਕਾਂ ਨੂੰ ਉਹ ਦੱਸਣ ਜੋ ਉਹਨਾਂ ਨੇ ਜਾਣਿਆ ਹੈ, ਤਾਂ ਕਿ ਇਹ ਵੀ ਮੁਕਤ ਹੋ ਸਕਣ।